हेलो स्टूडेंट्स। ਅੱਜ ਅਸੀਂ ਬਾਈਨੋਮੀਅਲ ਮੈਥਡ ਕਰਾਂਗੇ ਇੰਟਰਪੋਲੇਸ਼ਨ ਦਾ। ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੰਟਰਪੋਲੇਸ਼ਨ ਤਿੰਨ ਮੈਥਡ ਨੇ: ਨਿਊਟਨ ਮੈਥਡ, ਬਾਈਨੋਮੀਅਲ ਮੈਥਡ ਤੇ ਲੈਂਗਰੇਜ ਮੈਥਡ। ਇਹਨਾਂ ਤਿੰਨਾਂ ਵਿੱਚੋਂ ਨਿਊਟਨ ਮੈਥਡ ਤੇ ਬਾਈਨੋਮੀਅਲ ਮੈਥਡ ਬਹੁਤ ਵਾਰ ਆਇਆ ਨੇ ਤੇ ਦੋਨੋਂ ਇੰਪੋਰਟੈਂਟ ਨੇ। ਲੈਂਗਰੇਜ ਮੈਥਡ ਘੱਟ ਵਾਰ ਆਉਂਦਾ ਹੈ ਲੇਕਿਨ ਕਦੀ ਕਦੀ ਆ ਜਾਂਦਾ ਹੈ। ਬਾਈਨੋਮੀਅਲ ਮੈਥਡ ਵਾਸਤੇ ਮੈਂ ਪਹਿਲਾਂ ਇੱਕ ਐਗਜ਼ਾਮਪਲ ਲੈਣਾ। ਸਪੋਜ਼ ਮਾਰਕਸ ਤੇ ਨੰਬਰ ਆਫ ਸਟੂਡੈਂਟਸ ਦਿੱਤੇ ਗਏ ਨੇ। ਮਾਰਕਸ 10, 20, 30, 40 ਐਂਡ 50 ਐਂਡ ਨੰਬਰ ਆਫ ਸਟੂਡੈਂਟਸ ਨੇ 2, 6, 12 ਤੇ 15। ਮਾਰਕਸ ਨੂੰ ਅਸੀਂ ਐਕਸ ਕਾਲਮ ਨਾਲ ਡਿਨੋਟ ਕਰਦੇ ਹਾਂ, ਨੰਬਰ ਆਫ ਸਟੂਡੈਂਟਸ ਨੂੰ ਅਸੀਂ ਵਾਈ ਕਾਲਮ ਨਾਲ ਡਿਨੋਟ ਕਰਦੇ ਹਾਂ। ਫਸਟ ਆਫ ਆਲ ਐਕਸ ਕਾਲਮ ਵਿੱਚ ਡਿਫਰੈਂਸ ਦੇਖੋ, ਡਿਫਰੈਂਸ ਸੇਮ ਹੈ, 10 ਦਾ डिफरेंस है। इट मीन्स कि ਅਸੀਂ ਜਾਂ ਤਾਂ ਨਿਊਟਨ ਮੈਥਡ ਲਗਾਉਣਾ ਜਾਂ ਬਾਈਨੋਮੀਅਲ ਮੈਥਡ ਲਗਾਉਣਾ ਹੈ। ਸੈਕਿੰਡ ਕੰਡੀਸ਼ਨ ਦੇਖਣੀ ਹੈ ਕਿ ਐਕਸ ਕਾਲਮ ਵਿੱਚ ਨੰਬਰ ਆਫ ਆਈਟਮਸ ਕਿੰਨੀਆਂ ਨੇ ਤੇ ਵਾਈ ਕਾਲਮ ਵਿੱਚ ਨੰਬਰ ਆਫ ਆਈਟਮਸ ਕਿੰਨੀਆਂ ਨੇ। ਐਕਸ ਕਾਲਮ ਵਿੱਚ ਨੰਬਰ ਆਫ ਆਈਟਮਸ ਨੇ 1 2 3 4 5 ਤੇ ਵਾਈ ਕਾਲਮ ਵਿੱਚ ਨੇ 1 2 3 4। ਤੇ ਜਦੋਂ ਨੰਬਰ ਆਫ ਆਈਟਮ ਇਨ ਦਾ ਐਕਸ ਕਾਲਮ ਨੰਬਰ ਆਫ ਆਈਟਮ ਇਨ ਦਾ ਵਾਈ ਕਾਲਮ ਨਾਲ ਡਿਫਰੈਂਟ ਹੋਣ ਤਾਂ ਅਸੀਂ ਕੀ ਕਰਦੇ ਹਾਂ, ਬਾਈਨੋਮੀਅਲ ਮੈਥਡ ਲਗਾਉਂਦੇ ਹਾਂ। ਤਾਂ 5 ਆਈਟਮ ਸਾਨੂੰ ਐਕਸ ਕਾਲਮ 'ਚ ਦਿੱਤੀ ਹੋਈਆਂ ਨੇ ਲੇਕਿਨ 4 ਆਈਟਮ ਸਾਨੂੰ ਵਾਈ ਕਾਲਮ 'ਚ ਦਿੱਤੇ ਗਏ ਸਨ। ਸੋ ਅਸੀਂ ਇਹ ਦੇਖਣਾ ਹੈ ਕਿ 30 ਮਾਰਕਸ ਜਿਹੜੇ ਆਏ ਨੇ ਕਿੰਨੇ ਸਟੂਡੈਂਟਸ ਦੇ ਆਏ ਨੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ, ਇਹਨਾਂ ਨੂੰ ਅਸੀਂ ਸਾਈਨ ਦਿੰਦੇ ਹਾਂ y0, y1, y2, y3 ਤੇ y5। ਕਿੰਨੀਆਂ ਨੋਨ ਵੈਲਿਊਜ਼ ਨੇ ਵਾਈ ਐਕਸ ਕਾਲਮ ਦੇ ਵਿੱਚ? 1 2 3 ਤੇ 4 4। ਸੋ ਇਹਨੂੰ ਲਿਖਾਂਗੇ ਡੈਲਟਾ 4 0 ਇਜ਼ ਇਕੁਅਲ ਟੂ 0। ਜੇ 5 ਵੈਲਿਊਜ਼ ਦਿੱਤੀਆਂ ਹੋਣਗੀਆਂ 1 2 3 4 5 ਵੈਲਿਊ ਦਿੱਤੀਆਂ ਹੋਣਗੀਆਂ ਡੈਲਟਾ 5 ਇਜ਼ ਇਕੁਅਲ ਟੂ 5 0 ਇਜ਼ ਇਕੁਅਲ ਟੂ 0। ਜੇ 6 ਵੈਲਿਊਜ਼ ਦਿੱਤੀਆਂ ਹੋਣਗੀਆਂ ਤਾਂ ਜਿੰਨੀਆਂ ਗਿਵਨ ਵੈਲਿਊਜ਼ ਹੋਣ ਅਸੀਂ ਉਹਨੂੰ ਇਸ ਤਰ੍ਹਾਂ ਲਿਖਣਾ ਹੈ 4 ਵੈਲਿਊਜ਼ ਹੋਣ ਡੈਲਟਾ 4 0 ਇਜ਼ ਇਕੁਅਲ ਟੂ 0। ਹੁਣ ਡੈਲਟਾ 4 0 ਨੂੰ ਅਸੀਂ ਐਕਸਪੈਂਡ ਕਰਨਾ ਹੈ ਬਾਈਨੋਮੀਅਲ ਮੈਥਡ ਦੇ ਨਾਲ, ਇਸ ਲਈ ਇਸ ਦਾ ਨਾਮ ਪੈ ਗਿਆ ਬਾਈਨੋਮੀਅਲ ਮੈਥਡ। ਇਸ ਦਾ ਤਰੀਕਾ ਕੀ ਹੈ? ਇਸ ਦਾ ਫਾਰਮੂਲਾ ਹੈ ਕਿ ਸਭ ਤੋਂ ਪਹਿਲਾਂ ਅਸੀਂ y4 ਲਿਖਾਂਗੇ, ਇੱਕ ਵਾਰੀ ਮਾਈਨਸ ਸਾਈਨ ਪਾਵਾਂਗੇ, ਇੱਕ ਵਾਰੀ ਪਲੱਸ ਸਾਈਨ ਪਾਵਾਂਗੇ। ਪਹਿਲਾਂ ਅਸੀਂ ਪਲੱਸ ਸਾਈਨ ਪਾਤਾ, ਫਿਰ ਮਾਈਨਸ ਸਾਈਨ y3। ਥੋੜ੍ਹੀ ਜਿਹੀ ਸਪੇਸ ਜਿਹੜੀ ਹੈ ਛੱਡ ਲਵਾਂਗੇ, ਇਹਦੇ ਵਿੱਚ ਇੱਕ ਹੋਰ ਜਿਹੜੀ ਹੈ ਉਹ ਆਈਟਮ ਆਏਗੀ ਪਲੱਸ y2 माइनस y1 प्लस y0 इज इक्वल टू 0। तो डेल्टा 4 0 ਨੂੰ ਹਲੇ ਐਕਸਪੈਂਡ ਕਰ ਰਹੇ ਹਾਂ। तो ਪਹਿਲਾਂ ਅਸੀਂ ਇਸ ਤਰ੍ਹਾਂ ਲਿਖਾਂਗੇ y4, ਇੱਕ ਇੱਕ ਆਈਟਮ ਘਟਾਈ ਜਾਵਾਂਗੇ ਔਰ ਸਾਈਨ ਜਿਹੜੇ ਨੇ ਉਹ ਚੇਂਜ ਕਰਦੇ ਜਾਵਾਂਗੇ। ਫਿਰ ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਲਿਖਣਾ ਹੈ 4c0। एक कॉम्बिनेशन है 4c0 4c1। ऊपर 4 रहेगा क्योंकि इसे 4 ਅਸੀਂ ਲਿੱਤਾ है 4c0। ਇਹ ਇੱਕ ਵੱਧਦਾ ਜਾएगा 4c2 4c3 एंड 4c4। तो इस तरीके ਨਾਲ ਅਸੀਂ ਇਸ ਫਾਰਮੂਲੇ ਨੂੰ ਡਿਵੈਲਪ ਕਰਾਂਗੇ। ਸਪੋਜ਼ ਜੇ ਸਾਨੂੰ ਡੈਲਟਾ 5 ਦਿੱਤਾ ਹੁੰਦਾ, 5 ਆਈਟਮਸ ਵਾਈ ਕਾਲਮ 'ਚ ਦਿੱਤੀਆਂ ਹੁੰਦੀਆਂ ਅਤੇ ਡੈਲਟਾ 5 0 ਇਜ਼ ਇਕੁਅਲ ਟੂ 0 ਕਰਨਾ ਸੀ ਔਰ ਇਸਨੂੰ ਐਕਸਪੈਂਡ ਕਿਸ ਤਰ੍ਹਾਂ ਕਰਨਾ ਸੀ y5 ਮਾਈਨਸ y4 ਪਲੱਸ y3 ਮਾਈਨਸ y2 प्लस y1 माइनस y0 इज इक्वल टू 0। इतने अस लिखना है 5c0 5c1 5c2
5C3 5C4 एंड 5C5 इस तरह असी फार्मूले असी बनाने हैं जिन्नियां सानू आइटम्स वाई कॉलम च दित्तियां हुन 4C0 4C1 4C2 4C3 इन्हां दी वैल्यू कैलकुलेट करनी है। इन्हां दी वैल्यू कैलकुलेट करने का फार्मूला है 4C0 का मतलब है 4 फैक्टोरियल जी उपर वैल्यू दिते हुए उत्थे लिखनी है डिवाइड बाई जी थले वैल्यू दी हुई इत्थे लिखनी है 0 फैक्टोरियल इनटू 4 माइनस 0 ये वैल्यू घटा देनी है तो मल्टीप्लाई कर देनी है दैट इज़ 4। सिमिलरली जे 4C1 दिता है 4 फैक्टोरियल डिवाइड बाई 1 फैक्टोरियल मल्टीप्लाई बाई उपर वाला 4 फैक्टोरियल लिख दिता थले वाला 1 फैक्टोरियल लिखता मल्टीप्लाई बाई 4 दे विचों 1 माइनस करके 3 फैक्टोरियल नाल असीं इसनूं करना है। इसनूं सॉल्व करने का तरीका है या तो असीं इनूं खोल दीए 4 फैक्टोरियल सारे फैक्टोरियल नूं खोल दीए या असीं फैक्टोरियल नाल फैक्टोरियल सीधा ही कट सकते हैं जिस तरह 4 फैक्टोरियल नाल 4 फैक्टोरियल कट्टिया गया 0 फैक्टोरियल जिहड़ा है हमेशा 1 के बराबर होंदा है मतलब यह आ गया आंसर 1। जे असीं इनूं एक्सपैंड करके खोलते हैं 4 3 2 1 यह मतलब होंदा 4 फैक्टोरियल का 1 का मतलब 1 3 फैक्टोरियल मतलब 3 2 1 3 2 1 इन्ना सारे ना कट्टे जाएगा 4 आ जाएगा। सिमिलरली 4C2 का फार्मूला है 4 फैक्टोरियल ओवर 2 फैक्टोरियल मल्टीप्लाई बाई 4 माइनस 2 ये लैस करके 2 फैक्टोरियल इसमें असी एक्सपैंड करके खोल सकते हैं सीधा भी असी कट सकते हैं यह आ जाएगा 4 इंटू 3 इंटू 2 फैक्टोरियल असी पूरा नहीं खोलिया असी सिर्फ 4 3 ते 2 फैक्टोरियल बनाता है 2 इंटू 1 भी कर सकते सर 2 फैक्टोरियल इसका लेता है कि सीधा नीचे भी 2 फैक्टोरियल है तो 2 ना सीधा फैक्टोरियल कट्टे जाएगा। तो इस तरह से सारिया वैल्यूज जिहड़ियां ने वो कैलकुलेट करांगे यह सारिया वैल्यूज बन जाएंगियां 4C0 की वैल्यू जी आई है वो आई है 1 दैट इज़ इत्थे 1 लिखांगे वाई 4 लिखांगे 4C1 की वैल्यू जी आ रही है वो आ रही है 4Y3 4C2 जिहड़ा है ये वैल्यू आ रही है 6 4C3 की वैल्यू आएगी 4 कैलकुलेट करके देख लेना और 4C4 की वैल्यू आएगी 1 यह सारे साड़ियाँ कंबीनेशन दी वैल्यूज़ आ गई। ठीक है पहला वैल्यूज़ देख लेनी वाई कॉलम च कितनी वैल्यूज़ गिवन है और डेल्टा जोड़ा है उन्ना ले लें डेल्टा 4 इजिकल टू 0 इन्हों एक्सपैंड कर दिता इस तो बाद सी दी वैल्यूज़ जी ने कंबीनेशन दी वैल्यूज़ कैलकुलेट कर दिया इस फार्मूले के नाल उस तो बगैर वैल्यू सारी फिल कर दिया हुण असी इस फार्मूले दे विच जो वैल्यू सानूं दित्ती हुई सारिया लिख देवांगे Y4 की वैल्यू दित्ती हुई है दिस इज़ Y4 राइट 15 माइनस 4Y3 Y3 इज़ 12 प्लस 6Y2 जी वैल्यू नहीं दिती उन्होंने एज इट इज़ लिख दिता माइनस 4Y1 दैट इज़ 6Y0 दैट इज़ 2 इसनों सॉल्व कर लवांगे इसनों सॉल्व करके इस Y2 की वैल्यू जी असी कढ़ लवांगे तो Y2 की वैल्यू जी आ जाएगी। यह तो है सिंपल मैथड जिद कि एक वैल्यू जी है वो मिसिंग हो बाइनोमियल मैथड। हुण दूसरा क्वेश्चन करते हैं जिद कि 2 मिसिंग वैल्यू जी है बाइनोमियल मैथड के पूछे जांदियां ने। फॉर एग्जाम्पल साइज एंड नंबर ऑफ आइटम्स सपोज we are taking this question 5 10 15 20 25 30 and 35 1 5 dash 10 12 dash से 20 है क्वेश्चन देता है इंटरपोलेट करनी है वैल्यू
15 ਦੇ ਸਾਹਮਣੇ ਤੇ 30 ਦੇ ਸਾਹਮਣੇ। ਸਿਮਿਲਰਲੀ एक्स कॉलम 'ਚ डिफरेंस सेम है, ਜਿਹਦਾ ਮਤਲਬ ਜਾਂ न्यूटन मैथड लगेगा ਜਾਂ बाइनोमियल लगेगा। फिर नंबर ऑफ वैल्यूज़ इन द एक्स कॉलम देखो 1 2 3 4 5 6 7 वैल्यूज़ है, ये ਜਿਹੜੀਆਂ ਨੇ 5 वैल्यूज़ ने। इट मीनस ਇਹ 'ਚ ਅਸੀਂ बाइनोमियल मैथड लगाना है। इस तरह ਅਸੀਂ y0 y1 y2 y3 y4 y5 ਤੇ y6 कैलकुलेट कर ਲਾਂਗੇ। ਇਸ ਤੋਂ ਬਾਅਦ ਕਿੰਨੀਆਂ ਸਾਨੂੰ ਵੈਲਿਊਜ਼ ਗਿਵਨ ਹੈ y ਕਾਲਮ ਦੇ ਵਿੱਚ 1 2 3 4 5। इट मीनस वी विल राइट डेल्टा 50 इज इक्वल टू 0। ਅਸੀਂ ਇਹਨੂੰ ਐਕਸਪੈਂਡ ਕਰਾਂਗੇ 50 ਨੂੰ। ਹੁਣ ਮੈਂ ਸਿੱਧਾ ਐਕਸਪੈਂਡ ਕਰ ਰਿਹਾ 5c 0 y5 पहला प्लस फिर माइनस 5c 1 y4। एक एक वादा जाएगा 0 की जगह ते एक एक घटता जाएगा और साइन अल्टरनेटिव लिखे जाते हैं 5c2 y3 माइनस 5c3 5c4 5c इस तो बाद सानू कंबीनेशन दिया वैल्यूज़ कैलकुलेट करनिया ने, जिस तरह कि मैं पहला दसिया है। जिस तरह सपोज असी y3 की वैल्यू कैलकुलेट करनी है फैक्टोरियल 5/3 फैक्टोरियल इंटू 5 - 3 2 फैक्टोरियल। या तो सारे खोल दईए और टेन आ जाएगा। तो जे इसनों कैलकुलेट करा इतने 1 आएगा, इनू कैलकुलेट करांगे 5 आएगा, इसनों कैलकुलेट करांगे 10 आएगा, इनू कैलकुलेट करांगे 10 आएगा। तो इसी हर एक की वैल्यू कैलकुलेट करनी है। इतने 5 आएगा, और इतने इस तो बाद सारिया वैल्यूज़ फिल कर देनिया ये। y5 की वैल्यू सानू कोई नहीं दी, y5 y5 लिख दिता। 5 y4 है 12 10 y3 10 y2 प्लस 5 की जगह पे 5 आ गया। y1 की वैल्यू 5 तो माइनस आएगा। इसमें सोल्व कर दें इतनी साड़ी इक्वेशन आ जाएगी y5 माइनस 10 y2 100 जो 60 के 40 65 65 जो कि 64। तो साढ़े आ जाएंगे प्लस दे 64 एंड इनू असी ऐसा लिख देंगे। साड़ी आ गई इक्वेशन नंबर 1। जो दो मिसिंग वैल्यूज़ होन तो इस फार्मूले के नाल सीधी वैल्यू नहीं निकलेगी, साड़ी इक्वेशन आ जाएगी। हुण दो वैल्यूज़ करनी है, y5 की वैल्यू करनी है, y2 की वैल्यू करनी है। तो इसलिए सानू एक इक्वेशन जी होर चाहिए। हुण की करांगे कि जिथे डेल्टा 50 इज इक्वल टू 0 लिखा, हुण इत्थे लिखांगे डेल्टा 51 इज इक्वल टू 0। तो असी की किया, इस 0 की जगह तो असी इसनू 1 नू असी कर दिता। ठीक है, जे 3 वैल्यूज़ करनी हो वैसे इस तरह लंबा क्वेश्चन तो कभी आएगा नहीं। मैक्सिमम जोड़ा है 1 या 2 वाला ही मिसिंग वैल्यू वाला क्वेश्चन आता है। जे सपोज 3 मिसिंग वैल्यू वाला क्वेश्चन आता है तो फिर 3 इक्वेशन बन गए। क्या इक्वेशन बन जाएगी, एक इक्वेशन जी है इस तो अं कढ़ांगे 0 की जगह तो 1 लिख के, फिर एक होर जी इक्वेशन बनावांगे उत्थे लिखांगे y5 2 इज इक्वल टू 0। तो इन्ना लंबा क्वेश्चन नहीं आएगा।
ਇਹਨੂੰ ਐਕਸਪੈਂਡ ਕਰਨ ਦਾ ਤਰੀਕਾ ਕੀ ਹੈ ਕਿ ਇਹ ਜਿਹੜੀਆਂ ਵੈਲਿਊਜ਼ ਅਸੀਂ ਜਾਂ ਫਾਰਮੂਲਾ ਜਿਹੜਾ ਬਣਾਇਆ ਸੀ, ਇਸ ਫਾਰਮੂਲੇ ਦੇ ਵਿੱਚ ਜਿੱਥੇ ਜਿੱਥੇ y ਦੀ ਵੈਲਿਊ ਹੈ ਉਸ ਨੂੰ ਅਸੀਂ ਇੱਕ ਇੱਕ ਵਧਾ ਦਾਂਗੇ। ਸਿਰਫ y ਦੀਆਂ ਵੈਲਿਊਜ਼ ਵਧਾਈਆਂ, y ਦੇ ਨਾਲ ਜਿਹੜੀ ਦੂਸਰੀਆਂ ਵੈਲਿਊਜ਼ ਦਿੱਤੀਆਂ ਹੋਈਆਂ ਨੇ ਇਸ ਨੂੰ ਅਸੀਂ ਟੱਚ ਨਹੀਂ ਕਰਨਾ। ਹੁਣ y5 ਦੇ ਨਾਲ ਕਿਸੇ 1, ਇਹਦਾ ਮਤਲਬ y5 ਦੀ ਜਗ੍ਹਾ ਲਿਖਾਂਗੇ y6 ਮਾਈਨਸ 5 ਦੀ ਜਗ੍ਹਾ 'ਤੇ 5 ਲਿਖ ਦਿੱਤਾ, y4 ਦੀ ਜਗ੍ਹਾ 'ਤੇ ਆਏਗਾ y5 ਪਲੱਸ 10y4 10y3, ਸਿਰਫ y ਦੀਆਂ ਵੈਲਿਊਜ਼ ਇਨਕਰੀਜ਼ ਕਰਨੀਆਂ ਨੇ, प्लस 5y2 माइनस y1 इज इक्वल टू 0। तो इस तरह असी डेल्टा 5 1 इज इक्वल टू 0 ਨੂੰ ਐਕਸਪੈਂਡ ਜਿਹੜਾ ਹੈ ਕਰਾਂਗੇ। ਸਿੰਪਲੀ y ਦੀਆਂ ਵੈਲਿਊਜ਼ ਇੱਕ ਇੱਕ ਨਾਲ ਅਸੀਂ ਵਧਾਉਣੀਆਂ ਨੇ, ਸਾਈਨ ਵੀ ਸੇਮ ਰੱਖਣੇ ਨੇ ਅਤੇ y ਦੇ ਨਾਲ ਜਿਹੜੀ ਵੈਲਿਊਜ਼ ਆ ਉਹ ਵੀ ਅਸੀਂ ਸੇਮ ਰੱਖਣੀਆਂ ਨੇ। ਹੁਣ ਇਹਦੇ ਵਿੱਚ ਅਸੀਂ ਸਾਰੀਆਂ ਵੈਲਿਊਜ਼ ਅਸੀਂ ਇਹਦੇ ਵਿੱਚੋਂ ਨਿਕਾਲ ਕੇ ਫਿਲ ਕਰ ਦਾਂਗੇ। ਇਹਦੇ ਵਿੱਚੋਂ ਸਾਡੀ ਸੈਕਿੰਡ ਇਕੁਏਸ਼ਨ ਜਿਹੜੀ ਹੈ ਉਹ ਆ ਜਾਏਗੀ। ਸਪੋਜ਼ ਕਰੋ ਸਾਡੀ ਇਕੁਏਸ਼ਨ ਆ ਜਾਂਦੀ ਹੈ 5y ਸਪੋਜ਼ ਕਰੋ ਮਾਈਨਸ 40y2 ਇਜ਼ ਇਕਵਲ ਟੂ 25। ਸਪੋਜ਼ ਕਰੋ ਇਹ ਇਕੁਏਸ਼ਨ ਆ ਗਈ ਹੈ। ਜਦੋਂ ਦੋ ਇਕੁਏਸ਼ਨਸ ਆ ਜਾਂਦੀਆਂ ਨੇ ਤਾਂ ਫਿਰ ਅਸੀਂ ਇੱਕ ਨੂੰ ਸੇਮ ਕਰ ਦਿੰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕਿ ਇੱਥੇ ਅਸੀਂ 5y5 ਹੈ, ਇਸ ਨੂੰ 5 ਨਾਲ ਮਲਟੀਪਲਾਈ ਕਰਾਂਗੇ, ਇੱਥੇ ਵੀ 5 ਆਏਗਾ, ਇਹ ਆਪਸ 'ਚ ਕੱਟੇ ਜਾਣਗੇ ਅਤੇ y ਨੂੰ ਦੋਨਾਂ ਨੂੰ ਮਿਲਾ ਲਵਾਂਗੇ, ਦੇਖਾਂਗੇ ਕਿੰਨੀ y2 ਦੀ ਵੈਲਿਊ ਬਣਦੀ ਹੈ ਅਤੇ y2 ਦੀ ਵੈਲਿਊ ਵਿੱਚੋਂ ਨਿਕਲ ਆਏਗੀ। y2 ਦੀ ਵੈਲਿਊ ਵਿੱਚ ਫਿਲ ਕਰਾਂਗੇ ਜਾਂ ਇਹ 'ਚ ਫਿਲ ਕਰਾਂਗੇ ਅਤੇ y5 ਦੀ ਵੈਲਿਊ ਜਿਹੜੀ ਆ ਜਾਏਗੀ। ਤੋ ਇਹ ਜਿਹੜੇ ਸਾਹਮਣੇ ਅਸੀਂ ਪਹਿਲਾਂ ਵੀ ਸੋਲਵ ਕੀਤੇ ਹੋਏ ਨੇ ਕਿ ਦੋ ਇਕੁਏਸ਼ਨ ਨੂੰ ਕਿਸ ਤਰ੍ਹਾਂ ਅਸੀਂ ਸਾਈਮਲਟੇਨੀਅਸਲੀ ਸੋਲਵ ਕਰਨਾ ਹੈ। ਤੋ ਇਸ ਤਰੀਕੇ ਦੇ ਨਾਲ ਅਸੀਂ ਬਾਇਨੋਮੀਅਲ ਮੈਥਡ ਜਿਹੜਾ ਹੈ ਉਹ ਕੈਲਕੂਲੇਟ ਕਰ ਸਕਦੇ ਹਾਂ ਦੋ ਮਿਸਿੰਗ ਵੈਲਿਊ ਦੇ ਕੇਸ ਦੇ ਵਿੱਚ। ਇਹਦੀ ਪ੍ਰੈਕਟਿਸ ਕਰੋ ਕਿਉਂਕਿ ਐਗਜ਼ਾਮ ਦੇ ਵਿੱਚ ਨਿਊਟਨ ਮੈਥਡ ਅਤੇ ਬਾਇਨੋਮੀਅਲ ਮੈਥਡ ਜਿਹੜਾ ਹੈ ਉਹ ਮੈਕਸੀਮਮ ਵਾਰ ਆਉਂਦੇ ਨੇ। ਥੈਂਕ ਯੂ।